ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਕੌਰ ਤੁਹਾਡੀ ਪੰਜਾਬੀ ਵਿਸ਼ੇ ਦੀ ਅਧਿਆਪਕਾ ਤੁਹਾਡਾ ਪੰਜਾਬੀ ਜਮਾਤ ਵਿੱਚ ਸਵਾਗਤ ਕਰਦੀ ਹਾਂ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੀ ਕਵਿਤਾ ਭਾਗ ਦੇ ਵਿੱਚੋਂ ਪੰਜਾਬੀ ਸਾਹਿਤਮਾਲਾ ਪਾਠ ਪੁਸਤਕ ਜਿਹੜੀ ਆ ਉਸ ਦੇ ਵਿੱਚ ਚੌਥੀ ਰਚਨਾ ਹੈ ਸਤਿਗੁਰ ਨਾਨਕ ਪ੍ਰਗਟਿਆ, ਜੋ ਕਿ ਭਾਈ ਗੁਰਦਾਸ ਜੀ ਦੀ ਰਚਨਾ ਹੈ। ਇਸ ਨੂੰ ਵਿਸਥਾਰਪੂਰਵਕ ਕਰਾਂਗੇ। ਹਾਂਜੀ ਬੇਟਾ, ਸਤਿਗੁਰ ਨਾਨਕ ਪ੍ਰਗਟਿਆ ਇਹ ਕਿਸ ਦੀ ਰਚਨਾ ਹੈ? ਭਾਈ ਗੁਰਦਾਸ ਜੀ ਦੀ। ਪਹਿਲਾਂ ਆਪਾਂ ਭਾਈ ਗੁਰਦਾਸ ਜੀ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਭਾਈ ਗੁਰਦਾਸ ਜੀ ਦਾ ਜਨਮ ਭੱਲਾ ਘਰਾਣੇ ਵਿੱਚ ਸਨ 1559 ਈਸਵੀ ਵਿੱਚ ਹੋਇਆ। ਆਪ ਦੇ ਪਿਤਾ ਜੀ ਭਾਈ ਈਸ਼ਰ ਦਾਸ ਜੀ ਸਨ। ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ? ਈਸ਼ਰ ਦਾਸ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਆਪ ਨੂੰ ਸੰਸਕ੍ਰਿਤ, ਬ੍ਰਜ ਭਾਸ਼ਾ, ਫਾਰਸੀ ਅਤੇ ਪੰਜਾਬੀ ਦਾ ਚੋਖਾ ਗਿਆਨ ਸੀ। ਚੋਖਾ ਮਤਲਬ ਬਹੁਤ ਜ਼ਿਆਦਾ ਵਧੀਆ। ਉਹਨਾਂ ਨੇ ਆਪਣਾ ਮੁੱਢਲਾ ਜੀਵਨ ਗੋਇੰਦਵਾਲ ਅਤੇ ਸੁਲਤਾਨਪੁਰ ਲੋਧੀ ਵਿੱਚ ਬਤੀਤ ਕੀਤਾ। ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਸਿੱਖ ਮਤ ਦੇ ਪ੍ਰਚਾਰ ਲਈ ਨਿਯੁਕਤ ਕੀਤਾ ਸੀ। ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਕਿਸ ਚੀਜ਼ ਲਈ ਨਿਯੁਕਤ ਕੀਤਾ ਸੀਗਾ? ਸਿੱਖ ਮਤ ਦੇ ਪ੍ਰਚਾਰ ਲਈ। ਆਪ ਨੇ ਆਗਰਾ, ਬਨਾਰਸ, ਉਜੈਨ ਕਈ ਥਾਵਾਂ ਦੀ ਯਾਤਰਾ ਕੀਤੀ। ਕਿਹਨਾਂ ਨੇ? ਭਾਈ ਗੁਰਦਾਸ ਜੀ ਨੇ। ਕਿੱਥੋਂ ਦੀ ਯਾਤਰਾ ਕੀਤੀ? ਆਗਰਾ, ਬਨਾਰਸ, ਉਜੈਨ। ਭਾਈ ਗੁਰਦਾਸ ਜੀ ਨੇ ਆਦਿ ਗ੍ਰੰਥ ਨੂੰ ਲਿਖਤ 19 ਸਾਲਾਂ ਦੀ ਅਣਥੱਕ ਮਿਹਨਤ ਨਾਲ 1604 ਵਿੱਚ ਮੁਕੰਮਲ ਕੀਤਾ ਸੀ। ਦੇਖੋ, ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਸੀ, ਭਾਵ ਬਾਣੀਆਂ ਇਕੱਠੀਆਂ ਕਰਨ ਦਾ ਕੰਮ ਔਰ ਬਾਣੀਆਂ ਦੇ ਵਿੱਚੋਂ ਇਤਿਹਾਸ ਅਤੇ ਮਿਥਿਹਾਸ ਨੂੰ ਅਲੱਗ ਕਰਨ ਦਾ ਕੰਮ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਤੀ ਰੂਪ ਦੇਣ ਦਾ ਕੰਮ ਭਾਈ ਗੁਰਦਾਸ ਜੀ ਨੇ ਕੀਤਾ ਸੀ, ਭਾਵ ਲਿਖਣ ਦਾ ਕੰਮ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਜਿਹੜੀ ਪੋਥੀ ਸੀ ਉਹਨੂੰ ਲਿਖਤੀ ਰੂਪ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਸੀਗਾ। ਕਿੰਨੇ ਸਾਲਾਂ ਦੀ ਮਿਹਨਤ? 19 ਸਾਲ ਦੀ ਅਣਥੱਕ ਮਿਹਨਤ ਨਾਲ। ਕਦੋਂ ਇਹ ਰਚਨਾ ਪੂਰੀ ਕੀਤੀ ਗਈ ਸੀ? ਭਾਵ ਇਹ ਕੰਮ ਕਦੋਂ ਪੂਰਾ ਕੀਤਾ ਗਿਆ ਸੀ? 1604 ਈਸਵੀ ਵਿੱਚ। ਭਾਈ ਗੁਰਦਾਸ ਜੀ ਨੇ 912 ਪੌੜੀਆਂ ਵਾਲੀਆਂ 40 ਵਾਰਾਂ ਲਿਖੀਆਂ ਸਨ। ਇਹ ਵਾਰਾਂ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਸਨ। ਭਾਈ ਗੁਰਦਾਸ ਜੀ ਨੇ 556 ਕਵਿਤ ਸਵਈਏ ਬ੍ਰਿਜ ਭਾਸ਼ਾ ਵਿੱਚ ਲਿਖੇ ਸਨ। ਵਾਰਾਂ ਵਿੱਚ ਭਾਈ ਗੁਰਦਾਸ ਜੀ ਨੇ ਜਿੱਥੇ ਗੁਰਬਾਣੀ ਦੇ ਸਿਧਾਂਤਾਂ ਨੂੰ ਵਿਸਤਾਰ ਨਾਲ ਸਮਝਾਇਆ, ਉੱਥੇ ਸਦਾਚਾਰ ਦੀ ਸਿੱਖਿਆ ਵੀ ਦਿੱਤੀ। ਆਪ ਜੀ ਦੀ ਇਸੇ ਪਹੁੰਚ ਕਾਰਨ ਆਪ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਦੇਖੋ, ਜੇ ਗੁਰਬਾਣੀ ਇੱਕ ਤਾਲਾ ਹੈ ਤਾਂ ਉਸ ਦੀ ਕੁੰਜੀ ਕੀ ਹੈ? ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਆ ਉਹਨੂੰ ਗੁਰਬਾਣੀ ਦੀ ਕੁੰਜੀ ਦਾ ਦਰਜਾ ਦਿੱਤਾ ਗਿਆ ਆ। ਜੇ ਤੁਹਾਨੂੰ ਕੋਈ ਪੁੱਛਿਆ ਜਾਵੇ ਕਿ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕਿਹੜਾ ਦਰਜਾ ਮਿਲਿਆ ਹੈ? ਗੁਰਬਾਣੀ ਦੀ ਕੁੰਜੀ ਦਾ। ਹਾਂਜੀ, 1637 ਈਸਵੀ ਵਿੱਚ ਆਪ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਦਾ ਸੰਸਕਾਰ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ ਸੀ। ਉਹਨਾਂ ਦਾ ਸੰਸਕਾਰ ਦੀ ਰਸਮ ਕਿਹਨਾਂ ਨੇ ਕੀਤੀ ਸੀ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਸਿੱਖਾਂ ਦੇ 6ਵੇਂ ਗੁਰੂ ਜੀ ਨੇ। ਹਾਂਜੀ ਬੇਟਾ, ਅੱਗੇ ਦੇਖੋ ਇਹਨਾਂ ਦੀ ਰਚਨਾ ਆ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਤੁਧ ਜਗ ਚਾਨਣ ਹੋਆ। ਹਾਂਜੀ ਬੇਟਾ, ਇਹ ਰਚਨਾ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਇਹਦਾ ਪ੍ਰਸੰਗ ਦੇਖਦੇ ਹਾਂ। ਦੇਖੋ ਬੇਟਾ, ਇਹ ਰਚਨਾ ਤੁਹਾਡੀ ਉੱਪਰੋਂ ਜਿਹੜੀ ਰਚਨਾ ਹੈ, ਇਹ ਜਿਹੜੀਆਂ ਤੁਕਾਂ ਹਨ, ਕਾਵ ਟੋਟਾ ਹੈ, ਇਹ ਸਾਹਿਤਮਾਲਾ 10 ਪਾਠ ਪੁਸਤਕ ਵਿੱਚ ਦਰਜ ਭਾਈ ਗੁਰਦਾਸ ਜੀ ਦੀ ਰਚਨਾ ਸਤਿਗੁਰ ਨਾਨਕ ਪ੍ਰਗਟਿਆ ਵਿੱਚੋਂ ਲਿਆ ਗਿਆ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਚਰਚਾ ਕੀਤੀ। ਗੁਰੂ ਨਾਨਕ ਦੇਵ ਜੀ ਦਾ ਜਨਮ ਇਤਿਹਾਸ ਦੇ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਉਥਲ ਪੁਥਲ ਵਾਪਰ ਰਹੀ ਸੀ। ਦੇਖੋ, ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਚਰਚਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਇਤਿਹਾਸ ਦੇ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਉਥਲ ਪੁਥਲ ਵਾਪਰ ਰਹੀ ਸੀ। ਭਾਵ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਦੇ ਵਿੱਚ, ਇਸ ਕਾਵ ਟੋਟੇ ਦੇ ਵਿੱਚ ਮਤਲਬ ਕੀ ਦੱਸਣ ਦੀ ਯਤਨ ਕੀਤਾ ਹੈ ਕਿ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਚਰਚਾ ਕੀਤੀ। ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਉਥਲ ਪੁਥਲ ਵਾਪਰ ਰਹੀ ਸੀ। ਭਾਵ ਧਾਰਮਿਕ ਖੇਤਰ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਕਾਫੀ ਉਥਲ ਪੁਥਲ ਹੋਈ ਪਈ ਸੀ। ਠੀਕ ਹੈ।
ਆਮ ਜਨਤਾ ਦਿਸ਼ਾਹੀਨ ਮਹਿਸੂਸ ਕਰ ਰਹੀ ਸੀ। ਉਸ ਸਮੇਂ ਗੁਰੂ ਜੀ ਨੇ ਜਨਮ ਲੈ ਕੇ ਸੰਸਾਰ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦਾ ਚਾਨਣ ਕਰ ਦਿੱਤਾ ਸੀ। ਭਾਵ ਉਹ ਉਸ ਸਮੇਂ ਦੀ ਅਵਸਥਾ ਸੀ, ਉਹਦੇ ਵਿੱਚ ਕੀ ਸੀ, ਅੰਧ ਵਿਸ਼ਵਾਸਾਂ ਦਾ, ਵਹਿਮਾਂ ਭਰਮਾਂ ਦਾ ਕੀ ਆ ਹਨੇਰਾ ਫੈਲਿਆ ਹੋਇਆ ਸੀ। ਉਸ ਹਨੇਰੇ ਨੂੰ ਖਤਮ ਕਿਸ ਨੇ ਕੀਤਾ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਹਾਂਜੀ, ਇਹਦੀ ਪਹਿਲੀ ਲਾਈਨ ਦੇਖੋ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇਵ, ਇਸ ਦਾ ਮੈਂ ਨਾਲ ਇੱਕ ਇੱਕ ਲਾਈਨ ਪੜ੍ਹ ਕੇ ਆਪਾਂ ਵਿਆਖਿਆ ਕਰਾਂਗੇ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਦੇ ਵਿੱਚ ਆਉਣ 'ਤੇ ਇਵੇਂ ਸੀ ਜਿਵੇਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਹੋਵੇ ਅਤੇ ਗਿਆਨ ਦਾ ਚਾਨਣ ਹੋ ਗਿਆ ਹੋਵੇ। ਠੀਕ ਹੈ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸੂਰਜ ਦੇ ਨਿਕਲਣ ਨਾਲ ਰਾਤ ਮਿਟ ਗਈ, ਤਾਰੇ ਲੁਕ ਗਏ, ਸਭ ਪਾਸੇ ਰੌਸ਼ਨੀ ਹੀ ਰੌਸ਼ਨੀ ਸੀ। ਸਭ ਪਾਸੇ ਕੀ ਹੋ ਗਿਆ ਸੀ? ਰੌਸ਼ਨੀ ਹੀ ਰੌਸ਼ਨੀ ਸੀ। ਭਾਵ ਗੁਰੂ ਜੀ ਦੇ ਆਉਣ ਨਾਲ ਭਰਮ ਦਾ ਜਾਲ, ਹਨੇਰਾ ਫੈਲਾਉਣ ਵਾਲੇ ਸਭ ਪਖੰਡੀ ਮਿਟ ਗਏ ਸਨ। ਭਾਵ ਗੁਰੂ ਜੀ ਦੇ ਆਉਣ ਨਾਲ ਕੀ ਹੋਇਆ? ਭਰਮ ਦਾ ਜਾਲ ਜਾਂ ਹਨੇਰਾ ਫੈਲਾਉਣ ਵਾਲੇ ਸਭ ਪਖੰਡੀ ਕੀ ਸੀ? ਮਿਟ ਗਏ ਸਨ। ਠੀਕ ਹੈ। ਸਿੰਘ ਬੁਕੇ ਮਿਰਗਾਵਲੀ ਪਨ ਜਾਏ ਨਾ ਧੀਰ ਧਰੋਆ। ਕਹਿੰਦੇ ਭਰਮ ਸਿਰਜਣ ਵਾਲੇ, ਜਿਹੜੇ ਭਰਮ ਸਿਰਜਣ ਵਾਲੇ ਸੀ, ਇਵੇਂ ਨੱਸ ਗਏ ਜਿਵੇਂ ਸ਼ੇਰ ਦੇ ਬਬਕ। ਸਿੰਘ ਬੁਕੇ ਮਿਰਗਾਵਲੀ ਭਾਵ ਉਹਦੇ ਸ਼ੇਰ ਦੀ ਭਬਕ ਮਾਰਨ 'ਤੇ ਹਿਰਨਾਂ ਦੀ ਡਾਰ ਭੱਜ ਜਾਂਦੀ ਹੈ ਅਤੇ ਧੀਰਜ ਨਹੀਂ ਕਰਦੀ। ਜਾਏ ਨਾ ਧੀਰ ਧਰੋਆ ਭਾਵ ਉਹਨਾਂ ਤੋਂ ਧੀਰਜ ਵੀ ਨਹੀਂ ਹੁੰਦਾ, ਰੁਕ ਕੇ ਪਿੱਛੇ ਦੇਖਿਆ ਵੀ ਨਹੀਂ ਜਾਂਦਾ ਕਿ ਸ਼ੇਰ ਆ ਰਿਹਾ ਜਾਂ ਨਹੀਂ ਆ ਰਿਹਾ। ਠੀਕ ਹੈ। ਇੱਦਾਂ ਦੀ ਹਾਲਤ ਹੋਈ ਸੀ ਕਿ ਇਹਨਾਂ ਦੀ, ਉਹਨਾਂ ਪਖੰਡ ਫੈਲਾਉਣ ਵਾਲੇ ਪਖੰਡੀਆਂ ਦੀ। ਕਹਿੰਦੇ ਜਿੱਥੇ ਬਾਬਾ ਪੈਰ ਧਰ ਪੂਜਾ ਆਸਨ ਥਾਪਣ ਸੋਆ। ਕਹਿੰਦੇ ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਵੀ ਗਏ ਉਹ ਥਾਵਾਂ ਪੂਜਾ ਦੇ ਯੋਗ ਬਣ ਗਈਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋ ਗਈਆਂ ਸਨ। ਠੀਕ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਹੋਏ, ਭਾਵ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪੈਰ ਧਰਿਆ ਸੀ ਉਹ ਸਾਰੀਆਂ ਥਾਵਾਂ ਪੂਜਨਯੋਗ ਹੋ ਗਈਆਂ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋ ਗਈਆਂ ਸਨ। ਸਿੱਧ ਆਸਨ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ। ਕਹਿੰਦੇ ਕੀ ਹੋਇਆ? ਪਹਿਲੇ ਗੁਰੂ ਨਾਨਕ ਦੇਵ ਜੀ ਦੇ ਮੱਤ ਨਾਲ ਸੰਬੰਧਿਤ ਹੋ ਗਈਆਂ ਸੀ ਜਿੱਥੇ ਜਿੱਥੇ ਬਾਬਾ ਜੀ ਗਏ ਸਨ। ਕਹਿੰਦੇ ਤੇ ਸਿੱਧਾਂ ਦੇ ਸਾਰੇ ਆਸਨ, ਸਿੱਧ ਆਸਨ ਸਭ ਜਗਤ ਦੇ ਨਾਨਕ। ਕਹਿੰਦੇ ਸਿੱਧਾਂ ਦੇ ਸਾਰੇ ਆਸਨ ਗੁਰੂ ਦੇ ਘਰ ਬਣ ਗਏ ਸਨ। ਹਰ ਘਰ ਵਿੱਚ ਧਰਮ ਅਸਥਾਨ ਬਣ ਗਿਆ ਸੀ। ਹਰ ਘਰ ਵਿੱਚ ਕੀ ਹੋ ਗਿਆ ਸੀ? ਧਰਮ ਅਸਥਾਨ ਬਣ ਗਿਆ ਸੀ, ਜਿੱਥੇ ਹਮੇਸ਼ਾ ਪ੍ਰਭੂ ਦੇ ਨਾਂ ਦਾ ਕੀਰਤਨ ਹੁੰਦਾ ਸੀ। ਘਰ ਘਰ ਅੰਦਰ ਧਰਮਸਾਲ ਹੋਏ, ਕੀਰਤਨ ਸਦਾ ਵਿਸੋਏ। ਭਾਵ ਹਰ ਘਰ ਦੇ ਵਿੱਚ ਕੀ ਹੋ ਗਿਆ ਸੀਗਾ? ਧਰਮ ਅਸਥਾਨ ਬਣ ਗਿਆ ਸੀ, ਜਿੱਥੇ ਹਮੇਸ਼ਾ ਪ੍ਰਭੂ ਦੇ ਨਾਂ ਦਾ ਕੀਰਤਨ ਹੁੰਦਾ ਸੀ। ਜਿਵੇਂ ਕਿ ਨਵਾਂ ਦਿਨ ਚੜ੍ਹਿਆ ਹੋਵੇ, ਜਿਵੇਂ ਵਿਸਾਖੀ। ਠੀਕ ਹੈ ਨਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਗਿਆਨ ਦਾ ਚਾਨਣ ਚਾਰੇ ਦਿਸ਼ਾਵਾਂ ਵਿੱਚ, ਬਾਬੇ ਤਾਰੇ ਚਾਰ ਚੱਕ ਭਾਵ ਗੁਰੂ ਨਾਨਕ ਦੇਵ ਜੀ ਦੇ ਆਪਣੇ ਗਿਆਨ ਦਾ ਚਾਨਣ ਚਾਰੇ ਦਿਸ਼ਾਵਾਂ ਵਿੱਚ ਫੈਲਾਇਆ ਅਤੇ ਸਾਡੀ ਸਾਰੀ ਧਰਤੀ ਦੇ ਸਾਰੇ ਖੰਡਾਂ ਵਿੱਚ ਉਸ ਸੱਚ ਦੇ ਪ੍ਰਕਾਸ਼ ਨੂੰ ਲੋਕਾਂ ਵਿੱਚ ਫੈਲਾ ਦਿੱਤਾ। ਖੰਡ ਸੱਚਾ ਢੋਆ ਭਾਵ ਖੰਡ ਪ੍ਰਿਥਵੀ ਸੱਚਾ ਢੋਆ ਭਾਵ ਉਹਨਾਂ ਨੇ ਜਿਹੜਾ ਆਪਣੇ ਗਿਆਨ ਦਾ ਚਾਨਣ ਸੀ ਗੁਰੂ ਨਾਨਕ ਦੇਵ ਜੀ ਨੇ, ਉਹ ਧਰਤੀ ਦੇ ਹਰੇਕ ਕੋਨੇ ਦੇ ਵਿੱਚ, ਸਾਰੇ ਜਗਤ ਦੇ ਵਿੱਚ, ਸਾਰੇ ਖੰਡਾਂ ਵਿੱਚ ਫੈਲਾ ਦਿੱਤਾ ਅਤੇ ਧਰਤੀ ਦੇ ਸਾਰੇ ਖੰਡਾਂ ਵਿੱਚ ਉਸਦੇ ਸੱਚ ਦੇ ਪ੍ਰਕਾਸ਼ ਨੂੰ ਹੀ ਲੋਕਾਂ ਵਿੱਚ ਫੈਲਾ ਕੇ ਕਹਿੰਦੇ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਭਾਵ ਉਸਦੇ ਸੱਚੇ ਆਸਰੇ ਦੀ ਸੋਝੀ ਦਿੱਤੀ। ਗੁਰੂ ਜੀ ਦਾ ਆਗਮਨ ਕਲਯੁਗ ਵਿੱਚ ਇੱਕ ਮਹਾਨ ਘਟਨਾ ਸੀ। ਗੁਰਮੁਖ ਕਲ ਵਿੱਚ ਪ੍ਰਗਟ ਹੋਆ ਭਾਵ ਗੁਰੂ ਨਾਨਕ ਦੇਵ ਜੀ ਦਾ ਜਨਮ ਕਲਯੁਗ ਵਿੱਚ ਇੱਕ ਮਹਾਨ ਘਟਨਾ ਸੀ। ਹਾਂਜੀ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਤੁਹਾਨੂੰ ਇਹ ਸ਼ਬਦ ਸਮਝ ਆ ਚੁੱਕਿਆ ਹੋਵੇਗਾ। ਬੇਟਾ ਅੱਜ ਤੁਸੀਂ ਇਸ ਸ਼ਬਦ ਨਾਲ ਸੰਬੰਧਿਤ ਸਾਰ ਆਪਣੀ ਫੇਅਰ ਨੋਟਬੁੱਕ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਕਰਨਾ ਹੈ। ਧੰਨਵਾਦ ਬੇਟਾ ਜੀ।